ਉਹ ਤਾਂ ਜਿੱਕੂ ਮੈਂ ਇਸ ਮੱਠ ਵਿੱਚ ਵਸਦੀ ਹਾਂ, ਉਹ ਮੇਰੇ ਸਰੀਰ ਵਿੱਚ ਆ ਵਸੇ ਹਨ। ਗੱਲ ਕੀ ਦਿਨ ਲੰਘਦੇ ਗਏ, ਮੇਰਾ ਸਵਾਦ ਪਿਆਰੇ ਦੀ ਯਾਦ ਤੇ ਉਸ ਵੱਲੋਂ ਪਿਆਰ ਤੇ ਕਦੇ ਮੇਰਾ ਆ ਮੁਹਾਰੇ ਹੱਸ ਪੈਣਾ, ਕਦੇ ਆ ਮੁਹਾਰੇ ਰੋ ਪੈਣਾ, ਪਰ ਰਹਿਣਾ ਸਦਾ ਇੰਨਾ ਹੀ ਤੁਨਾਂ ਵਿੱਚ ਇੱਕ ਸੁਬਾ ਹੋ ਗਿਆ। ਵਰਹਾ ਕੁ ਹੋਰ ਲੰਘ ਗਿਆ। ਸਾਡੇ ਘਰ ਸੱਚੀ ਮੁੱਚੀ ਇੱਕ ਵੀਰ ਜੀ ਆ ਗਏ। ਵੀਰ ਜੀ ਦੇ ਆਉਣ ਨੇ ਮਾਪਿਆਂ ਦੇ ਜੀ ਵਿੱਚੋਂ ਮੇਰੇ ਵਹਿਮਣ ਹੋਣ ਦਾ ਡਰ ਦੂਰ ਕਰ ਦਿੱਤਾ, ਸਗੋਂ ਹੁਣ ਉਹਨਾਂ ਨੂੰ ਮੇਰੇ ਨਾਲ ਇੱਕ ਹੋਰ ਤਰ੍ਹਾਂ ਦਾ ਪਿਆਰ ਹੋ ਗਿਆ। ਬਾਪੂ ਜੀ ਇੱਕ ਦਿਨ ਆਖਣ ਲੱਗੇ, ਕਾਕੀ ਤਾਂ ਦੇਵੀ ਹੋ ਗਈ ਜਾਪਦੀ ਹੈ, ਇਸ ਦਾ ਅਦਬ ਕਰਨਾ ਚਾਹੀਦਾ ਹੈ। ਪਰ ਮੈਨੂੰ ਉਹਨਾਂ ਦੇ ਅਦਬ ਕਰਨ ਵਿੱਚ ਸਵਾਦ ਨਾ ਆਵੇ। ਮੈਂ ਆਖਿਆ, ਮੈਨੂੰ ਉਸੇ ਤਰ੍ਹਾਂ ਲਾਡ ਲੜਾਇਆ ਕਰੋ, ਮੈਨੂੰ ਤੁਹਾਡੇ ਅਦਬ ਵਿੱਚ ਸਵਾਦ ਨਹੀਂ ਆਉਂਦਾ। ਵੀਰ ਜੀ ਦਾ ਰੰਗ ਰੂਪ ਡਾਢਾ ਸੋਹਣਾ ਸੀ ਤੇ ਅੱਖਾਂ ਤਾਂ ਨਿਰੀਆਂ ਮੇਰੇ ਹੱਥੀ ਮਾਰੇ ਹੋਏ ਪਿਆਰੇ ਵਰਗੀਆਂ ਸਨ। ਮੈਂ ਵੀਰ ਜੀ ਨੂੰ ਬਹੁਤ ਲਗਾਉਂਦੀ ਸਾਂ। ਕਈ ਵੇਰ ਇਸੇ ਮੱਠ ਵਿੱਚ ਲਿਆ ਕੇ ਪਾ ਦੇਂਦੀ ਤੇ ਲੰਮੇ ਪਏ ਦੀਆਂ ਅੱਖਾਂ ਨੂੰ ਵੇਖ-ਵੇਖ ਕੇ ਆਖਦੀ, ਇਸੇ ਥਾਂ ਤੇ ਹੀ ਮੈਂ ਮੂਰਖ ਨੇ ਤੀਰ ਨਾਲ ਵਿੰਨ ਕੇ ਇਹ ਨੇਤਰ ਡਿੱਠੇ ਸਨ। ਇਸੇ ਥਾਂ ਤੇ ਇਹ ਨੇਤਰ ਮੈਨੂੰ ਖੇਡਦੇ ਤੇ ਹੱਸਦੇ ਫੇਰ ਦਿਸ ਪਏ ਹਨ। ਹੇ ਨੈਣੋ, ਤੁਸੀਂ ਉਹ ਹੋ ਜਿਨ੍ਹਾਂ ਨੂੰ ਮੈਂ ਬੰਦ ਕੀਤਾ ਸੀ ਤੇ ਫੇਰ ਮੇਰੀ ਅਰਜ਼ੋਈ ਤੇ ਆ ਖੁੱਲੇ ਹੋ, ਜਾਂ ਤੁਸੀਂ ਉਹਨਾਂ ਨੈਣਾ ਵਰਗੇ ਹੋ। ਕਿਵੇਂ ਵੀ ਹੋਵੇ, ਹੁਣ ਤੁਸੀਂ ਮੇਰੇ ਵੱਲ ਲਾਡ ਨਾਲ ਤੱਕਦੇ ਹੋ, ਮੈਨੂੰ ਵੇਖ ਕੇ ਖਿੜਦੇ ਤੇ ਹੱਸਦੇ ਹੋ ਤੇ ਮੈਨੂੰ ਪਿਆਰ ਕਰਦੇ ਮੇਰੀ ਮਾਂ ਤੇ ਪਿਓ ਦੀਆਂ ਆਂਦਰਾਂ ਠਾਰਦੇ ਹੋ। ਹੇ ਨੈਣੋ, ਤੁਸੀਂ ਧਨ ਹੋ। ਦੁਨੀਆ ਮਤਲਬ ਦੀ ਮੈਂ ਪਿੱਛੋਂ ਸਮਝਿਆ, ਤਦੋਂ ਮੈਂ ਨਹੀਂ ਸਾਂ ਇਹ ਗੱਲ ਸਮਝਦੀ, ਪਰ ਉਦੋਂ ਵੀਰ ਜੀ ਦੇ ਆਉਣ ਦੀ ਹੋਰ ਇੱਕ ਖੁਸ਼ੀ ਮੈਨੂੰ ਹੋਈ। ਵੀਰ ਜੀ ਦੇ ਆਉਣ ਤੋਂ ਪਹਿਲਾਂ ਮੇਰੇ ਮਾਪੇ ਮੇਰੇ ਪਿਆਰ ਨੂੰ, ਜੋ ਅਣਡਿੱਠੇ ਪਿਆਰੇ ਨਾਲ ਲੱਗ ਗਿਆ ਸੀ, ਖੁਸ਼ੀ ਨਾਲ ਨਹੀਂ ਵੇਖਦੇ ਸਨ। ਉਹ ਮੇਰੇ ਪਿਆਰੇ ਨੂੰ ਮੰਗਤਾ ਸਾਧ ਤੇ ਉਸ ਦੇ ਪਿਆਰੇ ਨੂੰ ਕੋਈ ਹੋਰ ਉਹੋ ਜਿਹਾ ਸਮਝਦੇ ਸਨ ਅਤੇ ਚਾਹੁੰਦੇ ਸਨ ਜੋ ਮੈਂ ਕਿਵੇਂ ਇਸ ਫੇਰ ਵਿੱਚੋਂ ਨਿਕਲ ਆਵਾਂ। ਪਰ ਮੇਰੇ ਦਿਲ ਟੁੱਟਣ ਤੋਂ ਡਰਦੇ, ਨਾ ਮੈਨੂੰ ਜ਼ੋਰ ਦੇ ਕੇ ਸਮਝਾਉਂਦੇ ਸਨ, ਨਾ ਦਾਬਾ ਦੇ ਕੇ ਹੋਰਦੇ ਸਨ। ਉਹਨਾਂ ਦੇ ਜੀ ਵਿੱਚ ਜੋ ਮੇਰੇ ਨਾਲ ਅਟੁੱਟ ਪਿਆਰ ਸੀ, ਉਹ ਇੱਕ ਲੋਕ ਸੀ, ਨਹੀਂ ਤਾਂ ਉਹ ਮੇਰੀ ਇਹ ਲਗਨ ਡੰਡਿਆਂ ਦੇ ਜ਼ੋਰ ਤੋੜ ਸੁੱਟਦੇ। ਹੁਣ ਉਹਨਾਂ ਦੇ ਦਿਲ ਦੀ ਇੱਕ ਕਿਰਕ ਵੀ ਮਿਟ ਗਈ। ਉਹਨਾਂ ਦੇ ਜੀ ਵਿੱਚ ਵੀ ਪਿਆਰੇ ਦੇ ਪਿਆਰੇ ਦਾ ਕੋਈ ਪਿਆਰ ਉਪਜ ਪਿਆ ਔਰ ਉਹਨਾਂ ਨੂੰ ਵੀ ਦਰਸ਼ਨ ਦਾ ਚਾਉ ਪੈਦਾ ਹੋ ਗਿਆ। ਉਹਨਾਂ ਦਾ ਜੀ ਮੰਨ ਗਿਆ ਕਿ ਧੀ ਕਿਸੇ ਸਮਰੱਥ ਸ਼ਕਤੀ ਦੀ ਧੁਨ ਵਿੱਚ ਹੈ, ਸ਼ੁਦੈਣ ਨਹੀਂ, ਜੋ ਹਾਸੇ ਭਾਣੇ ਗੱਲ ਕਰਦੀ ਵੀਰ ਜੀ ਆ ਗਏ, ਵੀਰ ਜੀ ਨੂੰ ਲੈ ਆਉਂਦੀ ਹੈ। ਮੈਂ ਉਹਨਾਂ ਦੀ ਜੀ ਵਿੱਚ ਪਿਆਰੇ ਦਾ ਪਿਆਰ ਡੇਠਾ ਤਾਂ ਮੈਨੂੰ ਉਹ ਅੱਗੇ ਤੋਂ ਵੀ ਪਿਆਰੇ ਲੱਗਣ ਲੱਗ ਪਏ। ਮੈਂ ਹੁਣ ਘਰ ਵਿੱਚ ਕੁਝ ਮਾਂ ਕੋਲ ਤੇ ਕੁਝ ਵੀਰ ਜੀ ਕੋਲ ਵਧੇਕ ਵੇਲਾ ਲਾਇਆ ਕਰਾਂ, ਕਿਉਂਕਿ ਹੁਣ ਇੱਕ ਹੋਰ ਤਮਾਸ਼ਾ ਹੋ ਗਿਆ ਸੀ। ਪਿਆਰੇ ਦੀ ਯਾਦ ਮੇਰੇ ਅੰਦਰ ਦੇ ਵਿੱਚ ਘਰ ਕਰ ਗਈ ਔਰ ਇਉਂ ਚਿੰਬੜ ਗਈ ਜਿੱਕੂ ਵੇਲ ਬੂਟੇ ਨੂੰ ਚਿੰਬੜ ਜਾਂਦੀ ਹੈ। ਚਾਹੇ ਮੈਂ ਹੱਸਾਂ, ਚਾਹੇ ਖੇਡਾਂ, ਆਪੋਂ ਯਾਦ ਕਰਾਂ ਚਾਹੇ ਨਾ ਕਰਾਂ, ਪਿਆਰੇ ਦੀ ਯਾਦ ਕਿਵੇਂ ਵੀ ਨਹੀਂ ਭੁੱਲਦੀ ਸੀ। ਮੈਂ ਮੱਠ ਵਿੱਚ ਨੈਣ ਮੀਟ ਕੇ ਹੀ ਬੈਠਾਂ ਤਾਂ ਯਾਦ ਸਵਾਦ ਦੇਵੇ, ਨਿਰੀ ਇਹ ਗੱਲ ਨਾ ਰਹੀ, ਸਗੋਂ ਮੈਂ ਜਿਸ ਹਾਲ ਹੋਵਾਂ ਯਾਦ ਨਾ ਭੁੱਲੇ। ਨੀਂਦ ਵੀ ਉਸ ਨੂੰ ਨਹੀਂ ਭੁਲਾ ਸਕਦੀ ਸੀ। ਹੁਣ ਮੈਂ ਪਿਆਰੇ ਨੂੰ ਹਾਕਾ ਨਹੀਂ ਮਾਰਦੀ ਸਾਂ, ਪਰ ਹਾਕਾ ਮੈਨੂੰ ਨਹੀਂ ਛੱਡਦੀਆਂ ਸਨ। ਇਸ ਰੰਗ ਨੇ ਮੈਨੂੰ ਕੁਝ ਹੋਰ ਸਵਾਦ ਪਾ ਦਿੱਤਾ। ਇੱਕ ਦਿਨ ਅੰਮੀ ਬੋਲੀ, ਕਾਕੀ, ਜੇ ਤੇਰੇ ਪਿਆਰੇ ਦਾ ਪਿਆਰਾ ਕਦੇ ਸਾਡੇ ਨਿਭਾਗ ਤੱਪੇ ਵਿੱਚ ਆ ਜਾਵੇ ਤਾਂ ਅਸੀਂ ਵੀ ਜੀਵੇ ਹੋ ਜਾਈਏ। ਤੇਰਾ ਪਿਆਰਾ ਸੱਚੀ ਮੁੱਚੀ ਕੋਈ ਉਲੀਆ ਸੀ, ਅਸਾਂ ਉਸ ਦੀ ਉਸ ਵੇਲੇ ਕਦਰ ਨਾ ਜਾਤੀ, ਤੈਨੂੰ ਵੀ ਉਸ ਦੀ ਯਾਦ ਵੱਲੋਂ ਹੋੜਦੇ ਹੀ ਰਹੇ, ਪਰ ਹੁਣ ਸੁਰਤੀ ਆਈ ਹੈ ਕਿ ਅਸੀਂ ਭੁੱਲਦੇ ਰਹੇ ਹਾਂ। ਹੁਣ ਜੀ ਇਹੋ ਤੜਫਦਾ ਹੈ ਕਿ ਉਸ ਤੇਰੇ ਪਿਆਰੇ ਦੇ ਦਰਸ਼ਨ ਹੋਣ ਤਾਂ ਚਰਨਾਂ ਤੇ ਢਹਿ ਭੁੱਲਾਂ ਬਖਸ਼ਾਈਏ। ਐਉਂ ਮੇਰੇ ਮਾਪੇ ਵੀ ਮੇਰੀ ਲੱਗ ਰਹੀ ਧੁਨ ਦੇ ਉਲਟ ਹੋਣ ਦੀ ਥਾਂ ਸਗੋਂ ਪੱਖੀ ਹੋ ਗਏ। ਹੁਣ ਸਾਡੇ ਘਰ ਵਿੱਚ ਸਾਰਿਆਂ ਨੂੰ ਦਰਸ਼ਨਾਂ ਦੀ ਖਿੱਚ ਪੈਣ ਲੱਗ ਪਈ। ਇੱਕ ਦਿਨ ਮੈਂ ਅੰਮੀ ਨੂੰ ਇਹ ਗੱਲ ਵੀ ਦੱਸ ਦਿੱਤੀ ਕਿ ਪਿਆਰਾ ਜੇ ਪਰਦੇਸ ਹੋਵੇ ਤਦ ਪਿਆਰ ਕਰਨ ਵਾਲਾ ਕਦੇ ਉਸ ਨੂੰ ਭੁੱਲ ਨਹੀਂ ਸਕਦਾ ਤੇ ਇਸ ਯਾਦ ਰੱਖਣ ਵਿੱਚ ਪਿਆਰ ਦਾ ਡਾਢਾ ਸਵਾਦ ਹੁੰਦਾ ਹੈ, ਤੇ ਜੇ ਤੁਸੀਂ ਵੀ ਉਸ ਨੂੰ ਆਪਣਾ ਪਿਆਰਾ ਮਿੱਥ ਲਵੋ ਤੇ ਫਿਰ ਉਸ ਨੂੰ ਯਾਦ ਕਰਿਆ ਕਰੋ ਤਾਂ ਤੁਹਾਨੂੰ ਵੀ ਬੜਾ ਸਵਾਦ ਆਇਆ ਕਰੇਗਾ। ਗੱਲ ਕੀ ਐਉਂ ਸੁਣ ਕੇ ਤੇ ਦਿਲ ਵਿੱਚ ਪੁੜ ਗਈ ਗੱਲ ਨਾਲ ਬਾਪੂ ਜੀ ਤੇ ਅੰਮੀ ਜੀ ਵੀ ਉਸ ਪਿਆਰੇ ਦੀ ਯਾਦ ਵਿੱਚ ਲੱਗਣ ਲੱਗ ਪਏ। ਵਰਹਾ ਇੱਕ ਹੋਰ ਜਾਂ ਵਧੇਕ ਸਮਾਂ ਲੰਘ ਗਿਆ। ਮੇਰੇ ਮਨ ਵਿੱਚੋਂ ਹੁਣ ਕਦੇ-ਕਦੇ ਆਪ ਮੁਹਾਰੇ ਟੱਪੇ ਨਿਕਲਿਆ ਕਰਨ ਤੇ ਉਹਨਾਂ ਬਨਾਂ ਵਿੱਚ ਜਿਨ੍ਹਾਂ ਵਿੱਚ ਮੈਂ ਕਦੇ ਅਲੜ ਤੇ ਅਲੇਲ ਫਿਰਦੀ ਸਾਂ, ਫੇਰ ਜਿਨ੍ਹਾਂ ਵਿੱਚ ਡਾਵਾਂ ਡੋਲ ਤੇ ਰੋਂਦੀ ਫਿਰਦੀ ਹੁੰਦੀ ਸਾਂ, ਹੁਣ ਕਦੇ-ਕਦੇ ਕਬੂਤਰਾਂ ਵਾਂਗੂ ਗੁਟਕਦੀ ਤੇ ਬੰਬੀਹੇ ਵਾਂਗੂ ਗਾਉਂਦੀ, ਹੱਸਦੀ ਤੇ ਕਦੀ ਨੈਣਾ ਤੋਂ ਪਿਆਰ ਟੇਪੇ ਕੇਰਦੀ ਫਿਰਿਆ ਕਰਾਂ। ਇਹ ਮੱਠ ਮੇਰਾ ਏਕਾਂਤੀ ਟਿਕਾਣਾ ਸੀ, ਜਿੱਥੇ ਮੈਂ ਸੰਝ ਸਵੇਰ ਜ਼ਰੂਰ ਆ ਬੈਠਿਆ ਕਰਦੀ ਸਾਂ।
ਹੁਣ ਇੱਥੇ ਕਦੇ-ਕਦੇ ਬਾਪੂ ਤੇ ਅੰਮੀ ਜੀ ਵੀ ਆ ਕੇ ਬੈਠਿਆ ਕਰਦੇ ਸਨ। ਇੱਕ ਦਿਨ ਜੋ ਮੈਂ ਤੜਕਸਾਰ ਜੋ ਆਈ ਤਾਂ ਦੂਰੋਂ ਮੈਨੂੰ ਗਾਉਣ ਦੀ ਆਵਾਜ਼ ਆਵੇ। ਮੈਂ ਜਾਤਾ ਕਿ ਮੇਰੇ ਕੰਨ ਬੋਲਦੇ ਹਨ ਜਾਂ ਬੰਨ ਨੂੰ ਗੀਤਾਂ ਵਾਲੀ ਜੀਭ ਲੱਗੀ ਹੈ, ਪਰ ਜਾਂ ਮੈਂ ਧਿਆਨ ਦੇ ਕੇ ਸੁਣਿਆ ਤਾਂ ਬੜੀ ਰਸ ਭਰੀ ਸੁਰ ਸੀ ਤੇ ਬੜੀ ਹੀ ਵੈਰਾਗ ਦੀ ਸੱਦ। ਮੈਂ ਕੁਝ ਬੜੀ ਮੱਤੀ ਹੋਈ ਤੇ ਪਿਆਰੇ ਦੀ ਸਿੱਕ ਵਿੱਚ ਹੰਝੂ ਕੇਰ ਰਹੀ ਸਾਂ। ਇਹ ਸੁਰ ਨੇ ਮੈਨੂੰ ਹਿੱਲਣ ਜੋਗਾ ਨਾ ਛੱਡਿਆ। ਮੈਂ ਜਿੱਥੇ ਸਾਂ ਉੱਥੇ ਹੀ ਰੇਤੇ ਦੀ ਟਿੱਬੀ ਤੇ ਬਹਿ ਗਈ। ਇਹ ਕੋਈ ਗਾਉਣ ਸੀ, ਕੋਈ ਸੱਦ ਸੀ ਕਿ ਕਤਲ ਕਰਨ ਦੀ ਛੁਰੀ ਸੀ। ਇਹ ਰਾਗ ਸੀ ਕਿ ਜਿੰਦ ਪਾਉਣ ਵਾਲਾ ਅੰਮ੍ਰਿਤ ਸੀ। ਮੈਂ ਸਵਾਦ ਕੀ ਆਖਾਂ, ਨਾਲੇ ਤਾਂ ਰਸ ਭਰੇ, ਨਾਲੇ ਸਾਰੇ ਲੂੰ ਕੰਬਣ, ਝਰਨਾਟ ਛਿੜੇ, ਨਾਲੇ ਵੈਰਾਗ ਭਰੇ, ਫੇਰ ਸਵਾਦ ਆਵੇ। ਤੁਕਾਂ ਜੋ ਮੈਂ ਸੁਣੀਆਂ ਤੇ ਜੋ ਮੈਂ ਕਦੇ ਨਾ ਭੁੱਲੀਆਂ ਇਹ ਸਨ। ਆਸਾ ਮਹੱਲਾ ਪਹਿਲਾ। ਏਕ ਨਾ ਭਰਿਆ ਗੁਣ ਕਰ ਧੋਵਾ, ਮੇਰਾ ਸੋ ਜਾਗੈ ਹੋਂ ਨਿਸ ਭਰ ਸੋਵਾ। ਇਉਂ ਕਿਉਂ ਕੰਤ ਪਿਆਰੀ ਹੋਵਾ, ਸੋ ਜਾਗੈ ਹੋਂ ਨਿਸ ਭਰ ਸੋਵਾ। ਰਹਾਉ। ਆਸ ਪਿਆਸੀ ਸੇਜੈ ਆਵਾ, ਆਗੇ ਸੋ ਭਾਵਾ ਕੇ ਨਾ ਪਾਵਾ। ਕਿਆ ਜਾਨਾ ਕਿਆ ਹੋਏਗਾ ਰੀਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ। ਰਹਾਉ। ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਣੀ, ਗਿਆ ਸੋ ਜੋਬਨ ਧਨ ਪਛਤਾਣੀ। ਅਜੇ ਸੋ ਜਾਗੋ ਆਸ ਪਿਆਸੀ, ਭਈ ਲੈ ਉਦਾਸੀ ਰਹੋ ਨਿਰਾਸੀ। ਰਹਾਉ। ਹਉਮੈ ਖੋਏ ਕਰੇ ਸਿੰਗਾਰ, ਤਉ ਕਾਮਣ ਸੇਜੈ ਰਵੇ ਪਥਾਰ। ਤਉ ਨਾਨਕ ਕੰਤੈ ਮਨ ਪਾਵੈ, ਛੋੜ ਵਿਡਾਈ ਆਪਣੇ ਖਸਮ ਸਮਾਵੈ। ਰਹਾਉ। ਮੈਂ ਇਸੇ ਰੰਗ ਵਿੱਚ ਬੈਠੀ ਰਹੀ ਤੇ ਸੁਣਦੀ ਰਹੀ। ਮੈਂ ਚਾਹਾਂ ਕਿਵੇਂ ਇਹ ਬੰਦ ਨਾ ਹੋਵੇ, ਪਰ ਅੰਤ ਇਹ ਸੁਰ ਬੰਦ ਹੋ ਗਈ। ਮੇਰਾ ਅੰਦਰਲਾ ਪੰਗਰ ਰਿਹਾ ਸੀ ਤੇ ਨੈਣ ਛਮਾ-ਛਮ ਬਰਸ ਰਹੇ ਸਨ। ਪਿਆਰੇ ਦੀ ਸੂਰਤ ਅੱਖਾਂ ਅੱਗੇ ਖੜੀ ਸੀ ਤੇ ਮੈਂ ਹਾੜੇ ਕੱਢ ਰਹੀ ਸਾਂ ਕਿ ਹੇ ਪਿਆਰੇ ਜੀ, ਆਪਣੇ ਪਿਆਰੇ ਨੂੰ ਮਿਲਾਓ। ਇਸ ਤਰ੍ਹਾਂ ਦੇ ਵੈਰਾਗ ਵਿੱਚ ਮੈਂ ਰੋ ਰਹੀ ਸਾਂ। ਪਿਆਰੇ ਦੇ ਪਿਆਰੇ ਦੀ ਸਿੱਖ ਬਿਹਬਲ ਕਰ ਰਹੀ ਸੀ ਕਿ ਇੱਕ ਲੰਮੇ ਪਤਲੇ ਬਿਰਧ ਪੁਰਖ ਦੂਰੋਂ ਆਉਂਦੇ ਦਿਸੇ। ਮੈਂ ਜਾਤਾ ਕਿ ਮਤਾ ਪਿਆਰੇ ਦਾ ਪਿਆਰਾ ਆ ਗਿਆ ਹੈ, ਪਰ ਮੈਂ ਤੱਕਿਆ ਤਾਂ ਮੇਰੇ ਪਿਆਰੇ ਨਾਲ ਅੱਖਾਂ ਤਾਂ ਮਿਲਦੀਆਂ ਸਨ ਤੇ ਚੰਗਾ ਵੀ ਲੱਗਦਾ ਸੀ, ਪਰ ਬਹੁਤ ਖਿੱਚ ਨਾ ਪਈ। ਨੇੜੇ ਆ ਕੇ ਇਸਨੇ ਪੁੱਛਿਆ, ਹੇ ਬਨਵਾਸੀ ਕੰਨਿਆ, ਇਸ ਬਨ ਵਿੱਚ ਕੋਈ ਸਾਧੂ ਤਾਂ ਨਹੀਂ ਵਸਦਾ? ਮੈਂ ਕਿਹਾ, ਜੀ ਨਹੀਂ। ਕੋਈ ਨਵਾਂ ਆਇਆ? ਮੈਂ ਕਿਹਾ, ਜੀ ਨਹੀਂ। ਫੇਰ ਕਹਿਣ ਲੱਗੇ, ਇਹ ਉਹਾ ਬਨ ਤਾਂ ਨਹੀਂ ਜਿੱਥੇ 6 ਕੁ ਬਰਸ ਹੋਏ ਤਾਂ ਰਾਜੇ ਦੀ ਲੜਕੀ ਨੇ ਇੱਕ ਮੁਸਾਫਿਰ ਨੂੰ ਚਿੱਤਰ ਕੇ ਚੀਤਲ ਦੇ ਭੁਲੇਵੇਂ ਮਾਰ ਦਿੱਤਾ ਸੀ? ਮੈਂ ਸਹਿਮ ਖਾ ਕੇ ਕਿਹਾ, ਜੀ ਹਾਂ, ਇਹ ਉਹ ਬਨ ਹੈ। ਫਿਰ ਵਾਹ ਆਖ ਕੇ ਉਹ ਟੁਰ ਪਏ। ਮੈਂ ਆਖਿਆ, ਠਹਿਰ ਜਾਓ, ਕੁਝ ਬੇਨਤੀ ਸੁਣੋ, ਪਰ ਉਹ ਨਾ ਠਹਿਰੇ ਅਰ ਕਾਲੀ-ਕਾਲੀ ਟੁਰੀ ਗਏ। ਮੈਂ ਇੱਥੋਂ ਉੱਠ ਕੇ ਮੱਠ ਵਿੱਚ ਜਾ ਬੈਠੀ। ਬੈਠਣ ਦੀ ਢੇਰ ਸੀ ਕਿ ਮੈਂ ਡਾਢੀ ਹੀ ਇਕੱਠੀ ਹੋ ਗਈ। ਉਹ ਯਾਦ, ਪਿਆਰੀ ਯਾਦ ਸੀ ਤਾਂ ਅੰਦਰੇ, ਪਰ ਇਸ ਵਿੱਚ ਮੇਰੀ ਤਾਂਗ ਤਿੱਖੀ ਹੋ ਗਈ ਸੀ। ਮੈਨੂੰ ਹੋਰ ਤਰ੍ਹਾਂ ਦਾ ਸਵਾਦ ਆਉਣ ਲੱਗ ਗਿਆ ਸੀ। ਪਿਆਰੇ ਦੇ ਪਿਆਰੇ ਜੀ ਵਧੀਕ ਕੋਲ ਮਾਲੂਮ ਹੋਣ, ਵਧੀਕ ਪਿਆਰ ਕਰਦੇ ਮਾਲੂਮ ਹੋਣ ਤੇ ਆਮੁਹਾਰੀ ਇੱਕ ਸੁਗੰਧ ਆਵੇ। ਫਿਰ ਇਹੋ ਜੀ ਕਰੇ ਕਿ ਆ ਜਾਣ ਤੇ ਚਰਨਾਂ ਤੇ ਢਹਿ ਪਵਾਂ ਤੇ ਉਹ ਆਖਣ, ਕਾਕੀ ਅਸੀਂ ਆ ਗਏ ਹਾਂ। ਦੁਪਹਿਰਾਂ ਤੱਕ ਮੈਂ ਬੈਠੀ ਰਹੀ, ਪਰ ਬੰਦ ਨੈਣਾ ਵਿੱਚੋਂ ਵੀ ਅੰਜੂਆਂ ਦੀ ਤਾਰ ਵਗਦੀ ਰਹੀ। ਜਾਂ ਮੈਂ ਰੋਂਦੀ ਘਰੋਂ ਟੁਰੀ ਤਾਂ ਉਹ ਬਿਰਧ ਮੈਂ ਫੇਰ ਡਿੱਠਾ। ਉਹ ਭਾਲ ਕਰ ਰਿਹਾ ਸੀ, ਜਿਸ ਤਰ੍ਹਾਂ ਕੋਈ ਗੁਆਚੀ ਸ਼ੈ ਲੱਭੀ ਦੀ ਹੈ। ਮੈਂ ਆਖਿਆ, ਹੇ ਬਿਰਧ ਜੀ, ਆਪ ਮੇਰੇ ਨਾਲ ਚੱਲੋ, ਜਲ ਅੰਨ ਛਕੋ ਤੇ ਆਰਾਮ ਕਰੋ, ਅਰ ਹੁਕਮ ਕਰੋ ਤੁਸੀਂ ਕੀ ਟੋਲਦੇ ਹੋ, ਅਸੀਂ ਵੀ ਸਹਾਇਤਾ ਕਰੀਏ। ਪਰ ਇਸ ਦੇ ਨੇਤਰਾਂ ਵਿੱਚੋਂ ਵੀ ਅੰਜੂ ਕਿਰ ਰਹੇ ਸਨ ਤੇ ਆਪ ਕਹਿ ਰਹੇ ਸਨ ਕਿ ਬੇਬੇ ਕਦੇ ਨਹੀਂ ਭੁੱਲੀ, ਬੇਬੇ ਕਦੇ ਨਹੀਂ ਭੁੱਲੀ। ਮੇਰੀ ਗੱਲ ਉਹਨਾਂ ਨੇ ਨਾ ਸੁਣੀ ਅਰ ਆਪਣੀ ਧੁਨ ਵਿੱਚ ਰਹੇ। ਜਾਂ ਮੈਂ ਘਰ ਆਈ ਤਾਂ ਅੱਗੇ ਮਾਂ ਰੋ ਰਹੀ ਸੀ। ਮੈਂ ਆ ਕੇ ਪੁੱਛਿਆ, ਅੰਮੀ ਕਿਉਂ ਰੋਂਦੀ ਹੈ? ਕਹਿਣ ਲੱਗੀ, ਕਾਕੀ ਮੈਂ ਵੀ ਵਹਿਮਣ ਹੋ ਗਈ ਹਾਂ। ਮੇਰਾ ਅੱਜ ਕਲੇਜਾ ਤੜਪ ਰਿਹਾ ਹੈ ਕਿ ਤੇਰੇ ਪਿਆਰੇ ਦੇ ਦਰਸ਼ਨ ਕਦੋਂ ਹੋਣਗੇ। ਅਰ ਮੈਨੂੰ ਉਦਾਸ ਦੇਖ ਕੇ ਤੇਰੇ ਬਾਪੂ ਜੀ ਵੀ ਅੱਜ ਪਹਿਲਾ ਦਿਨ ਹੈ ਕਿ ਇਸੇ ਤਾਂਗ ਵਿੱਚ ਘਰੋਂ ਰੋ ਕੇ ਗਏ ਹਨ। ਦੇਖ, ਤੇਰੇ ਵੀਰ ਜੀ ਦੀਆਂ ਅੱਖਾਂ ਵੀ ਅੱਜ ਕਿਸ ਤਰ੍ਹਾਂ ਤੁਮਕ ਤੱਕਦੀਆਂ ਹਨ। ਵੀਰ ਨੇ ਮੈਨੂੰ ਦੇਖ ਕੇ ਬਾਹਾਂ ਉੱਚੀਆਂ ਕੀਤੀਆਂ। ਮੈਂ ਚੁੱਕ ਕੇ ਗਲ ਲਾ ਲਿਆ ਤੇ ਆਖਿਆ, ਪਿਆਰੇ ਵੀਰ, ਤੂੰ ਦੱਸ ਖਾਂ, ਜਿਨ੍ਹਾਂ ਨੇ ਤੈਨੂੰ ਘੱਲਿਆ ਹੈ ਉਹ ਕਦੋਂ ਆਉਣਗੇ? ਨਿਆਣਾ ਭੋਲਾ ਵੀਰ ਮੇਰੀ ਵੱਲ ਦੇਖ ਕੇ ਉੱਪਰ ਤੱਕਿਆ, ਕੁਝ ਮੁਸਕਰਾਇਆ ਤੇ ਫੇਰ ਰੋ ਪਿਆ। ਮੈਂ ਕਿਹਾ, ਹੇ ਮੇਰੇ ਮਨ, ਅੱਜ ਕੀ ਹੈ? ਮੈਂ ਸਵੇਰ ਦੀ ਰੋ ਕੇ ਜਲਹਾਰ ਹੋ ਗਈ ਹਾਂ। ਖੁਸ਼ ਰਹਿਣੀ ਮਾਂ ਰੋ ਰਹੀ ਹੈ ਅਤੇ ਪਿਤਾ ਜੀ ਦੇ ਉਮਰਾਂ ਵਿੱਚ ਪਹਿਲਾ ਦਿਨ ਹੈ ਕਿ ਨੈਣ ਕਿਰੇ ਹਨ। ਇਹ ਮਾਸੂਮ ਬੱਚਾ ਵੀ ਰੋਂਦਾ ਹੈ। ਆਮੁਹਾਰੇ ਮੇਰਾ ਕਲੇਜਾ ਚੀਰ ਕੇ ਇੱਕ ਸੁਰ ਨਿਕਲੀ। ਮੈਂ ਰੋਈ ਅਰ ਇਸ ਦਰਦ ਨਾਲ ਗਾਵੀਂ ਕਿ ਮਹਿਲ ਦੇ ਸਾਰੇ ਵਾਸੀ ਰੋ ਪਏ। ਨੈਣਾ ਛੈਂਦਰ ਲਾਈ ਪਿਆਰੇ, ਤਾਂਗ ਕਰਦੇ ਹਾਰੇ, ਸਿੱਕਾਂ ਸਿੱਕਦਿਆਂ ਆ ਦਿਨ ਆਏ,
ਹੁਣ ਤਾਂ ਮੋੜ ਮੁਹਾੜੇ। ਆ ਪਿਆਰੇ ਸਿੱਖ ਲਾ ਅਸਾਡੀ, ਖੁੱਲੇ ਦੇ ਦਿਦਾਰੇ, ਭੁੱਲਾਂ ਮਾਰੇ ਅਵਗੁਣਿਆਰੇ, ਕੂਕਣ ਢੱਠੇ ਦੁਆਰੇ। ਅੱਜ ਸਾਰਾ ਦਿਨ ਇਸੇ ਤਰ੍ਹਾਂ ਲੰਘ ਗਿਆ, ਪਰ ਉਂਝ ਮੇਰੇ ਅੰਦਰ ਠੰਡ ਔਰ ਸੁੱਖ ਸੀ। ਇੱਕ ਸੁੱਖ ਸੀ, ਇਸ ਸੁੱਖ ਵਿੱਚ ਯਾਦ ਠਾਠਾ ਮਾਰਦੀ ਸੀ। ਇਨ੍ਹਾਂ ਠਾਠਾਂ ਵਿੱਚੋਂ ਇੱਕ ਐਸੀ ਤਾਂਗ ਉੱਠਦੀ ਸੀ ਕਿ ਨੇਤਰਾਂ ਵਿੱਚ ਛਮਾ-ਛਮ ਝੜੀ ਲੱਗ ਕੇ ਫੇਰ ਚੁੱਪ, ਸ਼ਾਂਤ, ਸੁੱਖ, ਵਧੀਕ ਠੰਡ ਤੇ ਰਸ ਵੱਜ ਜਾਂਦਾ ਸੀ। ਫੇਰ ਬਿਜਲੀ ਦੀ ਤਰ੍ਹਾਂ ਤਾਂਗ ਦਾ ਥਰਾਟਾ ਵੱਜਦਾ ਸੀ ਅਰ ਲੂੰ ਕੰਡੇ ਹੋ ਕੇ ਸਿਰ ਤੋਂ ਹੇਠਾਂ ਕੁਝ ਉਤਰਦਾ ਸੀ ਜੋ ਨੇਤਰਾਂ ਤੋਂ ਟਪ-ਟਪ ਡਿੱਗਦਾ ਸੀ। ਸੰਝ ਹੋ ਗਈ ਅਰ ਮੈਂ ਅੱਜ ਬਨ ਵੀ ਨਹੀਂ ਗਈ। ਸਿਖਰ ਛੱਤ ਤੇ ਚੰਡ ਦੀ ਚਾਂਦਨੀ ਤੇ ਮਿੱਠੀ-ਮਿੱਠੀ ਪੌਣ ਵਿੱਚ ਇਸੇ ਹਾਲ ਹੀ ਬੈਠੀ ਰਹੀ। ਰਾਤ ਡੂੰਗੀ ਹੋ ਗਈ, ਭਿੰਨੀ ਰਹਿਣ ਤੇ ਤਰੇਲ ਦੀ ਫੁਹਾਰ ਪਵੇ। ਧੋਤੇ ਆਕਾਸ਼ ਵਿੱਚ ਤਾਰਾ ਮੰਡਲ ਨਾਲ ਛਟਕੀ ਸਰਦ ਚਾਂਦਨੀ ਨਾਲ ਠੰਡੀ ਰਾਤ ਉਸ ਤਾਂਗ ਵਿੱਚ ਨੀਂਦ ਨੂੰ ਨੇੜੇ ਨਾ ਆਉਣ ਦੇਵੇ। ਮੈਂ ਬੈਠੀ ਰਹੀ ਇਸੇ ਸੁੱਖ ਤੇ ਵੈਰਾਗ ਵਿੱਚ। ਪਹਿਰ ਲੱਗੇ ਲੰਘਣ, ਕਦੇ ਆਨੰਦ ਦਾ ਝੋਕਾ, ਕਦੇ ਪ੍ਰੇਮ ਦਾ ਹੁਲਾਰਾ, ਕਦੇ ਸ਼ਾਂਤੀ ਦਾ ਠਹਿਰਾਓ, ਕਦੇ ਚਾਹ ਤੇ ਕਦੇ ਚਾਓ, ਕਦੇ ਰੋੜ, ਕਦੇ ਪਤਾ ਲੱਗਾ ਜਾਂ ਸਵੇਰਾ ਹੋ ਗਿਆ। ਕਿਸੇ ਨੇ ਹੇਠੋਂ ਆ ਕੇ ਆਖਿਆ, ਇੱਕ ਫਕੀਰ ਆਇਆ ਖੜਾ ਹੈ, ਆਖਦਾ ਹੈ, ਖਬਰ ਦਿਓ ਜੋ ਤੁਹਾਡੇ ਪਿਆਰੇ ਦਾ ਪਿਆਰਾ, ਮੈਂ ਆ ਗਿਆ ਹਾਂ। ਅੰਮੀ ਇਹ ਸਾਰ ਲੈ ਕੇ ਮੇਰੇ ਪਾਸ ਭੱਜੀ ਆਈ ਤੇ ਕਹਿਣ ਲੱਗੀ, ਉੱਠ ਕਾਕੀ, ਪਿਆਰੇ ਦਾ ਪਿਆਰਾ ਆ ਗਿਆ ਹੈ। ਮੈਂ ਸੁਣ ਕੇ ਉੱਠ ਨਾ ਸਕੀ, ਪੁੱਛਿਆ ਕਿੱਥੇ ਹੈ। ਮਾਂ ਕਹਿਣ ਲੱਗੀ, ਹੇਠ ਖੜਾ ਹੈ ਤੇ ਸੁਨੇਹਾ ਭੇਜਿਆ ਸੂ ਕਿ ਮੈਂ ਆ ਗਿਆ ਹਾਂ, ਚੱਲ ਆਪ ਟੁਰ ਕੇ ਲੈ ਆਈਏ। ਮੈਂ ਹੱਸ ਪਈ ਤੇ ਆਖਿਆ, ਅੰਮੀਏ ਕੋਈ ਕੰਗਲਾ ਮਖੌਲ ਕਰਦਾ ਹੈ ਜਾਂ ਕੋਈ ਛਲੀਆ ਸਾਨੂੰ ਛਲਦਾ ਹੈ। ਭਲਾ ਸ਼ਾਨਸ਼ਾਹ ਵੀ ਕਦੇ ਇਸ ਤਰ੍ਹਾਂ ਆਉਂਦੇ ਹਨ। ਅੰਮੀਏ ਉਹ ਬੂਹੇ ਤੇ ਕਦ ਅਟਕਦੇ ਹਨ ਜੋ ਕਲੇਜੇ ਚੀਰ ਕੇ ਅੰਦਰ ਲੰਘ ਜਾਂਦੇ ਹਨ। ਉਹਨਾਂ ਨੂੰ ਦਰਬਾਨ ਕੀ ਰੋਕ ਸਕਦੇ ਹਨ। ਫੇਰ ਮੈਨੂੰ ਧੂ ਨਹੀਂ ਪੈਂਦੀ, ਆਪੇ ਮੇਰੇ ਕਦਮ ਬੇਵਸੇ ਹੋ ਨਹੀਂ ਉੱਠ ਨਸੇ। ਪਿਆਰਾ ਤਾਂ ਚੁੰਬਕ ਵਾਂਗੂ ਧੂਏਗਾ। ਮਾਂ ਹਰਿਆਨ ਹੋ ਕੇ ਬੋਲੀ, ਕਾਕੀ ਟਪਲਾ ਨਾ ਲੱਗੇ। ਮੈਂ ਕਿਹਾ, ਜਾ ਪੁੱਛ ਭੇਜਸੂ ਕਿ ਨਾਉ ਕੀ ਹੈ ਤੇ ਕੀ ਚਾਹੁੰਦਾ ਹੈ। ਟਹਿਲਣ ਗਈ ਤੇ ਖਬਰ ਲਿਆਈ ਕਿ ਉਹ ਆਪਣਾ ਨਾਉ ਵਾਹਿਗੁਰ ਦੱਸਦਾ ਹੈ ਤੇ ਆਖਦਾ ਹੈ, ਤਾਰਨ ਆਏ ਹਾਂ। ਮੈਂ ਕਿਹਾ, ਜਾ ਉਸਨੂੰ ਕਹੋ ਕਿ ਆਖਦੇ ਹਨ, ਅਜੇ ਵੇਲ ਨਹੀਂ ਹੈ, ਡਿਓੜੀ ਵਿੱਚ ਬੈਠੋ, 4 ਘੜੀਆਂ ਨੂੰ ਹੇਠਾਂ ਆਉਣਗੇ। ਇਹ ਸੁਨੇਹਾ ਸੁਣ ਕੇ ਉਹ ਉਡੀਕਣ ਬਹਿ ਗਿਆ। ਅਸਾਂ ਰੋਟੀ ਭੇਜੀ, ਉਸਨੇ ਖਾ ਲਈ। ਅਸਾਂ 5 ਮੋਹਰਾਂ ਘੱਲੀਆਂ, ਉਸਨੇ ਲੈ ਲਈਆਂ। ਫੇਰ ਅਸਾਂ ਕਹਾ ਭੇਜਿਆ ਕਿ ਅੱਜ ਨਹੀਂ ਕੱਲ ਆਉਣ। ਇਹ ਸੁਣ ਕੇ ਉਹ ਸਤਬਚਨ ਕਹਿ ਕੇ ਟੁਰ ਗਿਆ। ਹੁਣ ਮਾਂ ਵੀ ਹੱਸ ਪਈ ਤੇ ਕਹਿਣ ਲੱਗੀ, ਬੱਚੀਏ ਤੇਰੀ ਖਿੱਚ ਦੀ ਤਾਰ ਸੱਚੀ ਹੈ ਜੋ ਤੈਨੂੰ ਪਿਆਰੇ ਦੀ ਸੋਝੀ ਪਾ ਰਹੀ ਹੈ। ਇਹ 2 ਘੜੀ ਦਾ ਤਮਾਸ਼ਾ ਸੀ, ਪਰ ਮੈਨੂੰ ਗੁੱਸਾ ਆਉਂਦਾ ਸੀ ਕਿ ਇਸ ਛਲੀਏ ਨੂੰ ਕੈਦ ਪਾ ਦਿਆਂ। ਪਰ ਫੇਰ ਆਖਦੀ ਸਾਂ, ਦੋਸ਼ ਮੇਰਾ ਹੈ। ਜੋ ਮੇਰੇ ਵਾਂਗੂ ਕਿਸੇ ਇੱਕ ਅਣਡਿੱਠੀ ਖਿੱਚ ਵਿੱਚ ਰੁੜਦੇ ਹਨ, ਉਹਨਾਂ ਨੂੰ ਕੌਣ ਮਖੌਲ ਨਹੀਂ ਕਰਦਾ ਤੇ ਕੌਣ ਉਹਨਾਂ ਤੋਂ ਆਪਣਾ ਮਤਲਬ ਸਾਧਨ ਦੇ ਹੀਲੇ ਬਹਾਨੇ ਨਹੀਂ ਕਰਦਾ। ਦੁਪਹਿਰੇ ਪਿਤਾ ਜੀ ਆਏ ਤਾਂ ਖਬਰ ਲਿਆਏ ਕਿ ਉਹ ਕੋਈ ਰਮਤਾ ਸਾਧ ਸੀ। ਇੱਥੇ ਆ ਕੇ ਕਿਸੇ ਟਹਿਲਣ ਤੋਂ ਤੁਹਾਡੀ ਕਥਾ ਸੁਣ ਕੇ ਛਲ ਖੇਡਿਆ ਸੂ। ਜਿਸ ਸਰਾਂ ਵਿੱਚ ਉਤਰਿਆ ਹੈ, ਉੱਥੋਂ ਦਾ ਸਰਦਾਰ ਆ ਕੇ ਸਾਰੀ ਸੂਹ ਦੇ ਗਿਆ ਹੈ ਅਰ ਹੁਣ ਉਹ ਹਵਾਲਾਤ ਵਿੱਚ ਹੈ। ਅੰਮੀ ਮੇਰੇ ਗਲ ਲੱਗ ਕੇ ਕਹਿਣ ਲੱਗੀ, ਵਹਿਮਣ ਕੁੜੀਏ, ਤੂੰ ਪਿਆਰੇ ਦੇ ਪਿਆਰੇ ਨੂੰ ਜ਼ਰੂਰ ਮਿਲੇਂਗੀ। ਮੇਰੀਆਂ ਹੁਣ ਚੀਕਾਂ ਨਿਕਲ ਗਈਆਂ ਅਰ ਪਿਆਰੇ ਦੇ ਪਿਆਰੇ ਨੂੰ ਮਿਲਣ ਦੀ ਤਾਂਗ ਹੋਰ ਭੜਕ ਉੱਠੀ। ਉਸ ਠੱਗ ਨੂੰ ਤਾਂ ਮੈਂ ਛੁਡਾ ਦਿੱਤਾ, ਪਰ ਘਰ ਵਿੱਚ ਲੱਗੀਆਂ ਉਡੀਕਾਂ ਤੇ ਦਰਸ਼ਨ ਦੀ ਖਿੱਚ ਦੀਆਂ ਗੱਲਾਂ ਹੋਣ। ਸਾਰਾ ਦਿਨ ਅਸੀਂ ਸਾਰੇ ਵਿਰਾਗੀ ਬੈਠੇ ਇਹੋ ਜਿਹੀਆਂ ਵਾਰਤਾ ਕਰਦੇ ਰਹੇ। ਜਾਂ ਸੂਰਜ ਲੱਗਾ ਅੰਦਰ ਬਾਹਰ ਹੋਣ ਤਾਂ ਮੈਂ ਬੰਨ ਨੂੰ ਗਈ। ਇਸ ਵੇਲੇ 2 ਆਦਮੀ ਹੋਰ ਡਿੱਠੇ ਜੋ ਇੱਕ ਰੁੱਖ ਦੇ ਹੇਠਾਂ ਬੈਠੇ ਗਾਉਣ ਰਹੇ ਸਨ। ਇਨ੍ਹਾਂ ਦਾ ਗਾਉਣਾ ਬਹੁਤ ਖਿੱਚਣ ਵਾਲਾ ਸੀ ਅਰ ਜੋ ਗਾਉਂਦੇ ਸਨ ਸੋ ਇਹ ਸੀ, ਮਨਹੂ ਨਾ ਨਾਮ ਵਿਸਾਰ ਅਹਿਨਿਸ ਧਿਆਈਏ, ਜਿਉਂ ਰਾਖੇ ਕਿਰਪਾ ਧਾਰ ਤਿਵੇਂ ਸੁਖ ਪਾਈਏ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹੇ ਮੋਹਣੀ। ਭਰਮ ਪਉ ਭੰਜਨਾ, ਜਨਮਤ ਹੀ ਦੁਖ ਲਾਗੈ ਮਰਣਾ ਆਏ ਕੈ, ਜਨਮ ਮਰਨ ਪਰਵਾਣ ਹਰ ਗੁਣ ਗਾਏ ਕੈ। ਹਉ ਨਾਹੀ ਤੂੰ ਹੋਵੇਂ ਤੁਧ ਹੀ ਸਾਜਿਆ, ਆਪੇ ਥਾਪ ਉਥਾਪ ਸਬਦ ਨਿਵਾਜਿਆ। ਦੇਹੀ ਭਸਮ ਰੁਲਾਏ ਨ ਜਾਪੀ ਕਹਿ ਗਿਆ, ਆਪੇ ਰਹਿਆ ਸਮਾਏ ਸੋ ਵਿਸਮਾਦ ਪਿਆ। ਤੂੰ ਨਾਹੀ ਪ੍ਰਭ ਦੂਰ ਜਾਣਹਿ ਸਭ ਤੂੰ ਹੈ, ਗੁਰਮੁਖ ਵੇਖ ਹਦੂਰ ਅੰਤਰ ਭੀ ਤੂੰ ਹੈ। ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ। ਮੈਂ ਜਿੱਥੇ ਖੜੀ ਸਾਂ ਬੈਠ ਗਈ। ਇਹ ਗਾਉਣਾ ਵੀ ਬੰਦ ਹੋ ਗਿਆ, ਪਰ ਮੈਂ ਹਿਲ ਨਾ ਸਕੀ। ਤਦੇ ਹਿੱਲੀ ਜਾਂ ਇਹ ਦੋਵੇਂ ਮਨੁੱਖ ਜੋ ਡਾਢੇ ਠੰਡੇ ਤੇ ਸੁਖੀ ਲੱਗਦੇ ਸਨ ਆਏ ਤੇ ਪੁੱਛਣ ਲੱਗੇ, ਕਾਕੀ ਤੂੰ ਕਿਸੇ ਰਿੱਖੀ ਦੀ ਦੇਵੀ ਹੈ ਅਰ ਇਸ ਬਨ ਵਿੱਚ ਤਪ ਕਰਦੀ ਹੈ। ਮੈਂ ਕਿਹਾ, ਜੀ ਨਹੀਂ, ਮੈਂ ਤਾਂ ਸਾਧਣੀ ਨਹੀਂ ਹਾਂ। ਭਲਾ ਕੋਈ ਸੰਤ ਇੱਥੇ ਆਏ ਹਨ। ਮੈਂ ਕਿਹਾ, ਜੀ ਨਹੀਂ। ਭਲਾ ਕੀ ਇਹ ਉਹ ਬਨ ਹੈ ਜਿੱਥੇ 5-6 ਬਰਸ ਹੋਏ ਤਾਂ ਇੱਕ ਪਰਦੇਸੀ ਨੂੰ ਰਾਜ ਕਰਨਾ ਭੁਲੇਵੇਂ ਸਿਰ ਮਾਰ ਬੈਠੀ ਸੀ। ਮੈਂ ਕੰਬੀ, ਨੈਣ ਭਰ ਆਏ।
ਸਿਰ ਨੀਵਾਂ ਕਰਕੇ ਉਛਲਦੇ ਕਲੇਜੇ ਮੈਂ ਕਿਹਾ, ਜੀ ਹਾਂ, ਪਰ ਤੁਸੀਂ ਹੁਕਮ ਕਰੋ ਕੀ ਚਾਹੀਦਾ ਹੈ। ਹੋਰ ਲੋੜ ਨਹੀਂ ਕਹਿ ਕੇ ਉਹ ਤੁਰ ਗਏ। ਮੈਂ ਮੱਠ ਵਿੱਚ ਜਾ ਕੇ ਬੈਠ ਗਈ। ਪਿਛਲੀ ਯਾਦ ਨੇ ਅੱਜ ਬੜਾ ਰੁਆਇਆ। ਇਹ ਵੀ ਸਮਝ ਨਾ ਪਵੇ ਕਿ ਇਹ ਤਰੇ ਆਦਮੀ ਕੀ ਪੁੱਛਦੇ ਸਨ। ਕੌਣ ਸਨ ਅਰ ਕੀ ਟੋਲਦੇ ਸਨ? ਰਾਤ ਬਹੁਤ ਲੰਘ ਗਈ, ਮੈਨੂੰ ਸੁੱਧ ਨਹੀਂ ਰਹੀ। ਕਿਤੋਂ ਇਹ ਆਵਾਜ਼ ਆ ਰਹੀ ਸੀ, ਆਵੋ ਸਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੇੜੇ ਖੜੀ ਤਕਾਂ ਮੈਂ ਮਨ ਚਾਓ ਕਨੇਰਾ ਰਾਮ। ਮੈਂ ਅੱਜ ਘਰ ਜਾਣਾ ਵੀ ਭੁੱਲ ਗਈ ਸਾਂ। ਬਾਪੂ ਜੀ ਨੂੰ ਫਿਕਰ ਪੈ ਗਿਆ। ਡੋਲੀ ਗੋਲੀਆਂ ਤੇ ਅਸਵਾਰੀ ਮਸਾਲਾ ਨਾਲ ਲੈ ਕੇ ਮੈਨੂੰ ਢੂੰਡਦੇ ਘਰ ਲੈ ਜਾਣ ਵਾਸਤੇ ਆਏ। ਮੇਰੇ ਤੋਂ ਬਿਨਾਂ ਜਾਣੇ ਕੁਝ ਮਨੁੱਖ ਪਿਤਾ ਜੀ ਦੇ ਹੁਕਮ ਵਿੱਚ ਮੈਥੋਂ ਦੂਰ-ਦੂਰ ਰਹਿ ਕੇ ਮੇਰੀ ਰੱਖਿਆ ਕਰਿਆ ਕਰਦੇ ਸਨ। ਉਹ ਮੈਨੂੰ ਬਨ ਵਿੱਚ ਇਕੱਲਿਆਂ ਛੱਡ ਕੇ ਡੇਰੇ ਨਹੀਂ ਸਨ ਗਏ। ਰਾਤ ਪੈ ਜਾਣ ਕਰਕੇ ਨੇੜੇ-ਨੇੜੇ ਲੁਕ ਕੇ ਰਾਖੀ ਕਰ ਰਹੇ ਸਨ। ਮੈਂ ਹੁਣ ਘਰ ਗਈ ਤੇ ਤਾਂਗਾ ਨੇ ਹੋਰ ਤਿੱਖਾ ਰੰਗ ਫੜ ਲਿਆ। ਨਵੇਂ ਮਿਲੇ ਲੋਕਾਂ ਦਾ ਹਾਲ ਮੈਂ ਮਾਤਾ-ਪਿਤਾ ਨੂੰ ਦੱਸਿਆ। ਅਸੀਂ ਸਾਰੇ ਸੋਚਾਂ ਤੇ ਤਾਂਗਾ ਵਿੱਚ ਸਾਂ। ਰਾਤ ਅਸੀਂ 3 ਜਣੇ ਇਹ ਤੁਕਾਂ ਪਿਆਰ ਨਾਲ ਪੜ੍ਹਦੇ ਰਹੇ। ਤੜਕਸਾਰ ਮੈਂ ਮੱਠ ਨੂੰ ਆਈ। ਮੇਰੀ ਅੰਮੀ ਜੀ ਤੇ ਬਾਪੂ ਜੀ ਵੀ ਨਾਲ ਆਏ, ਜੋ ਉਹ ਬਨ ਵਿੱਚ ਨਵੇਂ ਆਏ ਮਨੁੱਖਾਂ ਦੇ ਮਨੋਹਰ ਗੌਣ ਸੁਣਨ। ਅੱਗੇ ਮੇਰੇ ਮੱਠ ਤੋਂ ਜ਼ਰਾ ਕੁ ਪਰੇ ਵਾਰ 4 ਮਨੁੱਖ ਖੜੇ ਉੱਤਰ ਵੱਲ ਤੱਕ ਰਹੇ ਸਨ ਅਰ ਇਹ ਗਾਉਂ ਰਹੇ ਸਨ, ਹਮ ਘਰ ਸਾਜਨ ਆਏ, ਸਾਚੇ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪਰਾਪਤ ਹੋਈ ਜਿਸ ਸੇਤੀ ਮਨ ਲਾਇਆ, ਅਨਦਿਨ ਮੇਲ ਪਿਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਚ ਸਬਦ ਤੁਨ ਅਨਹਦ ਵਾਜੇ, ਹਮ ਘਰ ਸਾਜਨ ਆਏ। ਅਸੀਂ ਪੱਥਰ ਦੀਆਂ ਮੂਰਤਾਂ ਵਾਂਗੂ ਖੜੇ ਦੇ ਖੜੇ ਰਹਿ ਗਏ। ਜਾਂ ਅੱਖਾਂ ਖੋਲੀਆਂ ਤਾਂ ਇਹ ਚਾਰੇ ਮੂਰਤਾਂ ਗਾਇਬ ਸਨ। ਅਸੀਂ ਮੱਠ ਦੇ ਬਾਹਰ ਥੜੇ ਤੇ ਆ ਬੈਠੇ। ਪਲ ਕੁ ਮਗਰੋਂ ਮੇਰੇ ਕਲੇਜੇ ਨੂੰ ਅੱਥ ਧੂ ਪਈ, ਇਉਂ ਕਿ ਜਿਵੇਂ ਮੁੱਠ ਭਰ ਕੇ ਕੋਈ ਕੱਢ ਲੈ ਜਾਂਦਾ ਹੈ। ਸਰੀਰ ਝੂਠਾ ਹੋ ਗਿਆ, ਓਪਰਾ ਹੋ ਗਿਆ। ਮੈਂ ਸਰੀਰ ਨਹੀਂ, ਇਸ ਵੇਲੇ ਮੈਨੂੰ ਦਿਸਿਆ, ਪਰਤੱਖ ਹੋ ਗਿਆ ਕਿ ਮੈਂ ਸਰੀਰ ਨਹੀਂ ਹਾਂ। ਮੇਰੇ ਅੰਦਰੋਂ ਬੇਵਸੇ ਨਿਕਲ ਗਿਆ, ਅੰਮੀ, ਪਿਆਰੇ ਦਾ ਪਿਆਰਾ ਆ ਗਿਆ। ਤਾਂ ਫਿਰ ਮੇਰੇ ਨੇਤਰ ਬੰਦ ਹੋ ਗਏ, ਹੋਸ਼ ਨਹੀਂ ਰਹੀ, ਪਤਾ ਨਹੀਂ ਕੀ ਵਰਤਿਆ। ਮਾਂ ਪਿਓ ਨੂੰ ਮੈਂ ਤ੍ਰਿਬਕਦੇ ਡਿੱਠਾ ਹੈ, ਫਿਰ ਪਤਾ ਨਹੀਂ ਕੀ ਹੋਇਆ। ਜਾਂ ਮੇਰੀ ਅੱਖ ਖੁੱਲੀ, ਮੇਰਾ ਸਿਰ ਕਿਸੇ ਡਾਢੇ ਹੀ ਪਿਆਰੇ ਚਰਨਾਂ ਤੇ ਪਿਆ ਸੀ। ਮੇਰੇ ਨੈਣ ਉਹਨਾਂ ਤੇ ਹੰਝੂ ਘੇਰ ਰਹੇ ਸਨ। ਮੇਰੇ ਸਿਰ ਤੇ ਕੋਈ ਹੱਥ ਫਿਰ ਰਿਹਾ ਸੀ ਜੋ ਅਤ ਸੁਖ ਦੇ ਰਿਹਾ ਸੀ। ਮੇਰਾ ਜੀ ਇੰਨਾ ਸੁਖੀ ਸੀ ਕਿ ਸਿਰ ਨਹੀਂ ਚੁੱਕ ਸਕਦੀ ਸਾਂ। ਇਸ ਡੂੰਘੇ ਪਿਆਰ ਵਾਲੇ ਹੱਥ ਨੇ ਮੇਰਾ ਸਿਰ ਚੁੱਕਿਆ। ਜਾਂ ਮੈਂ ਨਜ਼ਰ ਭਰ ਕੇ ਮੁਖੜੇ ਵੱਲ ਤੱਕਿਆ ਤਾਂ ਉਹ ਇੱਕ ਲਿਸ਼ਕਾਰਾ ਵੱਜਾ ਕਿ ਬਿਜਲੀ ਵਾਲੀ ਚਕਾਚੁੰਦ ਹੋ ਗਈ। ਮੇਰਾ ਸਿਰ ਫੇਰ ਟਹਿ ਪਿਆ ਤੇ ਚੀਕ ਵਾਂਗ ਦੁਹਾਈ ਨਿਕਲ ਗਈ, ਪਿਆਰੇ ਦਾ ਪਿਆਰਾ। ਉਸ ਸੁਖ ਆਨੰਦ ਵਾਲੇ ਹੱਥਾਂ ਨੇ ਮੈਨੂੰ ਫੇਰ ਚੁੱਕਿਆ, ਮੈਨੂੰ ਬਿਠਾਇਆ। ਮੈਂ ਫੇਰ ਚਿਹਰੇ ਵੱਲ ਨਹੀਂ ਤੱਕ ਸਕੀ। ਅੰਮੀ ਨੇ ਕਿਹਾ, ਕਾਕੀ, ਪਿਆਰੇ ਦੇ ਪਿਆਰੇ ਜੀ ਆ ਗਏ, ਤੱਕ। ਮੈਂ ਕੀ ਤੱਕਾਂ? ਕੌਣ ਆ ਗਏ? ਪਿਆਰੇ ਦੇ ਪਿਆਰੇ ਆਏ ਕਿ ਮੇਰੇ ਪ੍ਰਾਣ ਆ ਗਏ, ਜਿੰਦ ਆ ਗਈ, ਆਤਮਾ ਆ ਗਿਆ। ਪਹਿਲਾ ਖਿਆਲ ਉਹਨਾਂ ਪਵਿੱਤਰ ਤੇ ਪ੍ਰੇਮ ਭਰੇ ਹੱਥਾਂ ਵਿੱਚ ਮੈਨੂੰ ਇਹ ਫੁਰਿਆ ਕਿ ਇਹ ਪਿਆਰੇ ਦਾ ਪਿਆਰਾ ਪਿਆਰਾ ਹੈ ਕਿ ਪਿਆਰ ਆਪ ਹੈ। ਮੇਰੇ ਨੈਣਾਂ ਵਿੱਚ ਫੇਰ ਜਲ ਭਰ ਆਇਆ, ਸਿਰ ਫੇਰ ਚਰਨਾਂ ਤੇ ਟਹਿ ਪਿਆ। ਪਰ ਉਹ ਮੈਨੂੰ ਸਿਰ ਤੇ ਹੱਥ ਫੇਰ ਕੇ ਪਿਆਰ ਕਰਦੇ ਸੀ। ਮੈਂ ਕਿਹਾ, ਇਹ ਸੱਚਮੁੱਚ ਮੇਰੇ ਪਿਆਰੇ ਨੂੰ ਪਿਆਰ ਕਰਦੇ ਸਨ, ਜੋ ਉਸ ਪਿੱਛੇ ਮੇਰੇ ਨਾਲ ਐਡਾ ਸੋਹਣਾ ਪਿਆਰ ਕਰਦੇ ਹਨ। ਮੈਂ ਉਸ ਵੇਲੇ ਕੀ ਕਰਾਂ? ਕੁਛ ਨਾ ਔਹੜੇ। ਸਰੀਰ ਕੱਟਾਂ, ਟੋਟੇ ਕਰਾਂ ਤੇ ਵਾਰ-ਵਾਰ ਕੇ ਅੱਗ ਵਿੱਚ ਸਿੱਟੀ ਜਾਵਾਂ। ਮਨ ਤਨ ਸਦਕੇ ਕਰਾਂ, ਜੋ ਹੋਵੇ ਸੋ ਲੁਟਾ ਦਿਆਂ। ਮੈਂ ਧੰਨੀ ਹੋ ਗਈ। ਮੈਂ ਜੋ ਪਾਪਣ ਤੇ ਖੂਨ ਕਰਨ ਵਾਲੀ ਸਾਂ, ਮੈਂ ਪਿਆਰੀ ਜਾ ਰਹੀ ਹਾਂ। ਜਿਨ੍ਹਾਂ ਦੇ ਪਿਆਰੇ ਨੂੰ ਮੈਂ ਤੀਰ ਨਾਲ ਮਾਰਿਆ, ਉਹ ਆ ਕੇ ਮੈਨੂੰ ਪਿਆਰ ਕਰ ਰਹੇ ਹਨ। ਅਚਰਜ ਸੀ ਕਿ ਅਤ ਅਚਰਜ। ਮੈਂ ਰੋ ਕੇ ਆਖਿਆ, ਹੇ ਮੇਰੇ ਪਿਆਰੇ ਦੇ ਪਿਆਰੇ, ਪਰ ਸੰਗ ਰੁਕ ਗਿਆ ਅਰ ਢੇਰ ਚਿਰ ਮੈਂ ਰੋਂਦੀ ਰਹੀ। ਫਿਰ ਹੰਬਲਾ ਮਾਰ ਕੇ ਮੈਂ ਬੋਲੀ, ਪਰ ਸੰਗ ਫਿਰ ਰੁਕ ਗਿਆ। ਇਸ ਵੇਲੇ ਕੋਈ ਇਲਾਹੀ ਰਾਗ ਛਿੜ ਪਿਆ ਤੇ ਇਹ ਧੁਨੀ ਹੋਈ।